पंजाबी खबरनामा देख रहे सारे दर्शकों को प्यार भरी सत श्री अकाल। ਦੀਆਂ ਵੱਡੀਆਂ ਖਬਰਾਂ। सीएम भगवंत मान ने ना लए बिना सुखपाल खैरा ते साधे ਵੱਡੇ निशाने। कहा जिन्हां ने पंजाब ਨੂੰ ਲੁੱਟਿਆ है ਸਾਰਿਆਂ ਦਾ ਹਿਸਾਬ ਕਿਤਾਬ ਹੋਵੇਗਾ। ਮਨਪ੍ਰੀਤ ਬਾਦਲ ਦੇ ਭੁਲੇਖੇ ਵਿੱਚ ਵਿਜੀਲੈਂਸ ਨੇ ਹਮਸ਼ਕਲ ਨੂੰ ਪਾਇਆ ਘੇਰਾ। ਸੁਖਪਾਲ ਖੈਰਾ ਨੂੰ ਮਿਲਣ ਪਹੁੰਚੇ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ। ਸੀਨੀਅਰ ਕਾਂਗਰਸੀ ਆਗੂ ਪਰਤੇ ਬੇਰੰਗ। ਸੁਖਪਾਲ ਖੈਰਾ ਦੇ ਹੱਕ ਵਿੱਚ ਆਏ ਨਵਜੋਤ ਸਿੱਧੂ। ਕਿਹਾ ਪੰਜਾਬ ਦੇ ਮੁੱਦਿਆਂ ਤੋਂ ਭਟਕਾਉਣ ਲਈ ਕੀਤੀ ਗਈ ਗ੍ਰਿਫਤਾਰੀ। ਮੰਤਰੀ ਭਗਵੰਤ ਮਾਨ ਨੇ ਨਾਂ ਲਏ ਬਿਨਾਂ ਗ੍ਰਿਫਤਾਰ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਤੇ ਤੰਜ ਕੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ ਤੇ ਉਹਨਾਂ ਸਾਰਿਆਂ ਦਾ ਹਿਸਾਬ ਕਿਤਾਬ ਹੋਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦਾ ਨਾਮ 5 ਸਾਲ ਜਾਂ 10-15 ਸਾਲ ਪਹਿਲਾਂ ਵੀ ਨਸ਼ਾ ਤਸਕਰੀ ਵਿੱਚ ਆਇਆ ਹੈ, ਉਹਨਾਂ ਨੇ ਬਾਅਦ ਵਿੱਚ ਦੂਜੀਆਂ ਸਰਕਾਰਾਂ ਨਾਲ ਮਿਲ ਕੇ ਆਪਣਾ ਨਾਮ ਮਾਮਲੇ ਵਿੱਚ ਕਢਵਾ ਲਿਆ ਹੈ, ਉਹ ਲੋਕ ਵੀ ਬਖਸ਼ੇ ਨਹੀਂ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜੁਗਾੜ ਚੱਲ ਗਏ ਸਨ ਪਰ ਹੁਣ ਹਿਸਾਬ ਹੀ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਸ ਦੁਨੀਆ ਵਿੱਚ ਇਹ ਹਿਸਾਬ ਨਾ ਹੋਇਆ ਤਾਂ ਪਰਮਾਤਮਾ ਦੀ ਕਚਹਿਰੀ ਵਿੱਚ ਜ਼ਰੂਰ ਲੇਖਾ ਦੇਣਾ ਪਵੇਗਾ। ਉੱਥੇ ਹੀ ਕੋਈ ਵੀ ਵਕੀਲ ਨਹੀਂ ਮਿਲਣਾ ਕਿਉਂਕਿ ਉੱਥੇ ਅਮਲਾ ਦੇ ਨਿਬੇੜੇ ਹੁੰਦੇ ਹਨ। ਸੀਐਮ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਰੇ ਤੇ ਯਕੀਨ ਰੱਖਿਓ, ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟ ਕੇ ਖਾਇਆ ਹੈ, ਜਿਨ੍ਹਾਂ ਨੇ ਜਵਾਕਾਂ ਦੀਆਂ ਜਵਾਨੀਆਂ ਤੇ ਤੁਹਾਡਾ ਬੁਢਾਪਾ ਰੋਲਿਆ ਹੈ, ਉਹ ਵੀ ਬਖਸ਼ੇ ਨਹੀਂ ਜਾਣਗੇ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਵਿਜੀਲੈਂਸ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਸ ਸਭ ਦੇ ਦਰਮਿਆਨ ਵਿਜੀਲੈਂਸ ਨੇ ਮਨਪ੍ਰੀਤ ਦੇ ਹਮਸ਼ਕਲ ਨੂੰ ਘੇਰਾ ਪਾ ਕੇ ਹਿਰਾਸਤ ਵਿੱਚ ਲੈ ਲਿਆ। ਜਦੋਂ ਪੁਲਿਸ ਨੇ ਉਕਤ ਵਿਅਕਤੀ ਦੀ ਗੱਡੀ ਰੁਕਵਾ ਕੇ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਹ ਇੱਕ ਪਿੰਡ ਦਾ ਸਰਪੰਚ ਹੈ, ਨਾ ਕਿ ਮਨਪ੍ਰੀਤ ਬਾਦਲ। ਦੱਸਣਯੋਗ ਹੈ ਕਿ ਵਿਜੀਲੈਂਸ ਟੀਮ ਵੱਲੋਂ ਮਨਪ੍ਰੀਤ ਬਾਦਲ ਦੀ ਭਾਲ ਵਿੱਚ 6 ਸੂਬਿਆਂ ਵਿੱਚ ਛਾਪੇਮਾਰੀ ਚੱਲ ਰਹੀ ਹੈ। ਛਾਪੇਮਾਰੀ ਲਈ ਟੀਮ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਵਿੱਚ ਮਨਪ੍ਰੀਤ ਬਾਦਲ ਦੀ ਭਾਲ ਕਰ ਰਹੀ ਹੈ। ਉਧਰ ਬਠਿੰਡਾ ਵਿਜੀਲੈਂਸ ਨੇ ਗੁਰਸਰ ਦੇ ਸਰਪੰਚ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਭੁਲੇਖੇ ਘੇਰ ਲਿਆ ਹੈ। ਸਰਪੰਚ ਦਾ ਨਾਮ ਬੇਅੰਤ ਸਿੰਘ ਹੈ। ਗੁਰਸਰ ਦਾ ਸਰਪੰਚ ਬਲੈਰੋ ਵਿੱਚ ਸਵਾਰ ਸੀ। ਸਰਪੰਚ ਦੀ ਸ਼ਕਲ ਮਨਪ੍ਰੀਤ ਬਾਦਲ ਨਾਲ ਕਾਫੀ ਮਿਲਦੀ ਹੈ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਦੱਸਦੇ ਕਿ ਮੰਗਲਵਾਰ ਨੂੰ ਹੀ ਅਦਾਲਤ ਨੇ ਬਠਿੰਡਾ 'ਚ ਜਾਇਦਾਦ ਦੀ ਖਰੀਦ 'ਚ ਬੇਨਿਯਮੀਆਂ ਦੇ ਮਾਮਲੇ 'ਚ ਮਨਪ੍ਰੀਤ ਬਾਦਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। NDPS ਐਕਟ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਹਲਕਾ ਭੁਲਾਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਪੰਜਾਬ ਕਾਂਗਰਸ ਦੇ ਕਈ ਨੇਤਾ ਜਲਾਲਾਬਾਦ ਪਹੁੰਚੇ। ਇਹਨਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਸਨ। ਜਿਵੇਂ ਹੀ ਇਹ ਸਾਰੇ ਖਹਿਰਾ ਨੂੰ ਮਿਲਣ ਲਈ ਪਹੁੰਚੇ ਤਾਂ ਪੁਲਿਸ ਨੇ ਥਾਣਾ ਸਦਰ ਦਾ ਗੇਟ ਹੀ ਨਹੀਂ ਖੋਲਿਆ। ਜਦੋਂ ਅਸੀਂ ਬੰਦੇ ਨੂੰ ਕਿਹਾ ਮਿਲਾਓ ਤਾਂ ਉਹ ਕਹਿੰਦੇ ਜੀ ਮੈਂ ਮਿਲਾ ਨਹੀਂ ਸਕਦਾ, ਮੇਰੀ ਮਜਬੂਰੀ ਹੈ। ਤੇ ਅਸੀਂ ਕਿਹਾ ਫਿਰ ਤੁਸੀਂ ਕਾਹਤੋਂ ਆਏ ਹੋ? ਉਹ ਕਹਿੰਦੇ ਅਸੀਂ ਤਾਂ ਬਸ ਤੁਹਾਡਾ ਐਵੇਂ ਤੁਹਾਨੂੰ ਇੱਕ ਸਮਝਾਉਣ ਵਾਸਤੇ ਆਏ ਆ ਤੇ ਕਹਿਣ ਵਾਸਤੇ ਆਏ ਆ ਕਿ ਭਾਈ ਮੈਂ ਮਜਬੂਰ ਹਾਂ, ਮੈਂ ਤੁਹਾਨੂੰ ਮਿਲਾ ਨਹੀਂ ਸਕਦਾ ਉਹਨਾਂ ਦੇ ਨਾਲ। ਤੇ ਫਿਰ ਅਸੀਂ ਉੱਠ ਕੇ ਸਾਰੇ ਜਾਣੇ ਬਣੇ ਤਣੇ ਅਸੀਂ ਅੱਜ ਇੱਥੇ ਬਾਹਰ ਆ ਗਏ। ਡਾਇਰੈਕਟਲੀ ਅੱਜ ਸੁਖਪਾਲ ਸਿੰਘ ਖਹਿਰੇ ਨੂੰ ਨਾ ਮਿਲਣ ਦਾ ਸਿੱਧਾ ਦੋਸ਼ੀ ਭਗਵੰਤ ਮਾਨ ਨੂੰ ਗਿਆ। ਇਹ ਡਾਇਰੈਕਸ਼ਨ ਸਿੱਧੀਆਂ ਉਹਦੀਆਂ ਨੇ। ਸੀਨੀਅਰ ਮੋਸਟ ਅਫਸਰਾਂ ਨੇ ਮੈਨੂੰ ਦੱਸਿਆ ਕਿ ਭਗਵੰਤ ਮਾਨ ਨੇ ਸਾਨੂੰ ਕਿਹਾ ਅਲਾਉ ਨਹੀਂ ਕਰ। ਅਸੀਂ ਸੀਰੀਅਸਲੀ ਇਸ ਗੱਲ ਨੂੰ ਕੰਡੈਮ ਕਰਦੇ ਹਾਂ। ਹਿਊਮਨ ਰਾਈਟਸ ਵਾਇਲੇਸ਼ਨਸ ਪੰਜਾਬ ਪੁਲਿਸ ਦਾ ਇੱਕ ਟ੍ਰੇਡਮਾਰਕ ਬਣ ਚੁੱਕੀ ਹੈ। ਕੇਸ ਤਾਂ 5 ਸਾਲ 8 ਸਾਲ ਪੁਰਾਣਾ ਕੇਸ ਹੈ। ਕੇਸ ਕੋਈ ਗੱਲ ਹੀ ਨਹੀਂ। ਮੁੱਖ ਮੰਤਰੀ ਪੰਜਾਬ ਨੇ ਖੁਦ ਵੀਡੀਓ ਦੇ ਵਿੱਚ ਇਹ ਕਿਹਾ ਕਿ ਇਹ ਵੈਂਡੇਟਾ ਪੋਲਿਟਿਕਸ ਹੈ, ਜਿਹੜੀ ਪੁਰਾਣੀ ਵੀਡੀਓ ਹੈ। तो केस के बारे की दसना है? तो केस के बारे असी विस्तारपूर्वक कल भी असी दसिया, अज भी दसिया, गवर्नर साहब नूं मिल के आए हैं। सारे जाने तमाम लीडर साहबान अज असी मिलने वास्ते आए सी। सानू पता लग्या सी कि जलालाबाद पुलिस स्टेशन दे विच केस रजिस्टर्ड है। असी मैं ते बाजवा साहब सुबह जलालाबाद गए। जो देखा कि पुलिस स्टेशन गए तो उन्होंने लॉक नहीं खोलिया, तो फिर उन्होंने दसिया कि वो इत्थे है नहीं, ना ही सानू किसी ने लॉक खोलिया। वो कहते फाजिलका CIA स्टाफ च किसी मुंशी ने दसिया कि उत्थे लै गए। फिर असी इत्थे आए। बाजवा साहब ने भी कुछ अधिकारियों नाल टैलीफोन ते गल कीती और जो असी इत्थे आए सानू उन्होंने कहा कि 5-6 बंदे तुसी जिहड़े लोग हैं रिप्रेजेंट करते हो अंदर आ जाओ। असी अंदर चले गए। अंदर जाके सानू कहते भी पानी पियो, फिर कहते भी चाह मंगाने जो कोई हैगी है। तां असी आख्या चाह दी तां सानू लोड़ नहीं, सानू खैरा साहब नाल मुलाकात कराओ। इन बिटवीन की होया भी
ਸਾਨੂੰ ਦੱਸਿਆ ਗਿਆ ਕਿ ਐਸਐਸਪੀ ਸਾਹਿਬ ਆ ਰਹੇ ਨੇ ਜੀ ਫਾਜ਼ਿਲਕਾ ਤੇ ਚਲੋ ਜੀ ਅਸੀਂ ਵੇਟ ਕਰਨ ਲੱਗ ਪਏ। ਹੁਣ ਐਸਐਸਪੀ ਸਾਹਿਬ ਆਏ ਤਾਂ ਉਹ ਕਹਿੰਦੇ ਜੀ ਚਾਹ ਪੀਓ। ਸੀ ਕਿ ਸਾਨੂੰ ਮਿਲਾਓ ਚਾਹ ਦੀ ਤਾਂ ਕੋਈ ਗੱਲ ਨਹੀਂ, ਅਸੀਂ ਤਾਂ ਸਵੇਰ ਦੇ ਉੱਥੋਂ ਦੇ ਚੱਲੇ ਆ 400 ਕਿਲੋਮੀਟਰ ਦੇ ਚੰਡੀਗੜ੍ਹ ਤੋਂ, ਤੇ ਚਾਹ ਚੂ ਤਾਂ ਕੋਈ ਗੱਲ ਨਹੀਂ, ਤੁਸੀਂ ਸਾਨੂੰ ਸਾਡੇ ਬੰਦੇ ਨੂੰ ਮਿਲਾਓ। ਤੇ ਜਦੋਂ ਅਸੀਂ ਬੰਦੇ ਨੂੰ ਕਿਹਾ ਮਿਲਾਓ ਤਾਂ ਉਹ ਕਹਿੰਦੇ ਜੀ ਮੈਂ ਮਿਲਾ ਨਹੀਂ ਸਕਦਾ, ਮੇਰੀ ਮਜਬੂਰੀ ਹੈ। ਤੇ ਅਸੀਂ ਕਿਹਾ ਫਿਰ ਤੁਸੀਂ ਕਾਹਤੋਂ ਆਏ ਹੋ? ਉਹ ਕਹਿੰਦੇ ਅਸੀਂ ਤਾਂ ਬਸ ਤੁਹਾਡਾ ਐਵੇਂ ਤੁਹਾਨੂੰ ਇੱਕ ਸਮਝਾਉਣ ਵਾਸਤੇ ਆਏ ਆ ਤੇ ਕਹਿਣ ਵਾਸਤੇ ਆਏ ਆ ਕਿ ਭਾਈ ਮੈਂ ਮਜਬੂਰ ਹਾਂ, ਮੈਂ ਤੁਹਾਨੂੰ ਮਿਲਾ ਨਹੀਂ ਸਕਦਾ ਉਹਨਾਂ ਦੇ ਨਾਲ। ਤੇ ਫਿਰ ਅਸੀਂ ਉੱਠ ਕੇ ਸਾਰੇ ਜਾਣੇ ਬਣੇ ਤਣੇ ਅਸੀਂ ਅੱਜ ਇੱਥੇ ਬਾਹਰ ਆ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹੋ ਜਿਹੇ ਹਾਲਾਤ ਕਦੇ ਨਹੀਂ ਵੇਖੇ ਪੰਜਾਬ ਦੇ ਅੰਦਰ। ਬੜੇ ਰਾਜ ਵੇਖੇ, ਬੜੇ ਨਜਾਇਜ਼ ਲੋਕਾਂ ਦੇ ਪਰਚੇ ਵੀ ਹੋਏ। ਅਕਾਲੀ ਦਲ ਦਾ ਰਾਜ ਹੁੰਦਾ ਸੀ, ਹਾਲਾਂਕਿ ਇਹ ਵੀ ਸੁਗਾਤ ਅਕਾਲੀ ਦਲ ਨਹੀਂ 2015 ਦੇ ਵਿੱਚ ਸ਼ੁਰੂਆਤ ਕੀਤੀ, ਪਰ ਇਸ ਤਰ੍ਹਾਂ ਨਹੀਂ ਹੋਇਆ ਵੀ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ, ਇੱਕ ਐਮਐਲਏ ਲੈਵਲ ਦੇ ਵਿਅਕਤੀ ਨੂੰ, ਤੀਜੀ ਵਾਰੀ ਐਮਐਲਏ ਬਣਿਆ, ਉਹਨੂੰ ਅਸੀਂ ਮਿਲਣ ਆਈਏ ਤਾਂ ਫੇਰ ਕੋਈ ਉਹਨੂੰ ਮਿਲਣ ਨਾ ਦੇਵੇ। ਸੋ ਇਸ ਕਰਕੇ ਮੈਂ ਪੂਰ ਜ਼ੋਰ ਪੁਲਿਸ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਮੁੱਖ ਮੰਤਰੀ ਪੰਜਾਬ ਦੀ ਮੈਂ ਇਸ ਗੱਲ ਦੀ ਬਹੁਤ ਨਖੇਦੀ ਤੇ ਨਿੰਦਾ ਕਰਦਾ ਕਰੜੇ ਸ਼ਬਦਾਂ 'ਚ ਕਿ ਲੋਕਤੰਤਰ ਦੇ ਵਿੱਚ ਇਹ ਐਸੀ ਰੀਤੀ ਰਿਵਾਜ ਪਹਿਲੀ ਵਾਰੀ ਇਸ ਸਰਕਾਰ ਦੇ ਵਿੱਚ ਸਾਨੂੰ ਵੇਖਣ ਦੇ ਮਿਲੇ ਹੈ। ਅਗਲੀ ਰਣਨੀਤੀ ਬਾਜਵਾ ਸਾਹਿਬ, ਰੰਧਾਵਾ ਸਾਹਿਬ, ਅਸੀਂ ਸਾਰੇ ਰਲ ਮਿਲ ਕੇ ਕਿ ਅੱਗੇ ਫਿਰ ਕੀ ਫੈਸਲਾ ਲੈਣਾ ਹੈ ਉਹਦੇ ਤੇ ਸਾਰੇ ਤੁਹਾਨੂੰ ਅਸੀਂ ਅਗਲੀ ਰਣਨੀਤੀ ਜਿਹੜੀ ਹੋਊਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿਆਂਗੇ। ਸਰ ਕਾਰਨ ਕੀ ਦੱਸਿਆ ਗਿਆ ਮੁਲਾਕਾਤ ਦਾ? ਕਾਰਨ ਕੁਝ ਨਹੀਂ ਦੱਸਿਆ ਗਿਆ, ਕੇਵਲ ਇਹ ਹੀ ਕਿਹਾ ਗਿਆ ਕਿ ਅਸੀਂ ਤੁਹਾਨੂੰ ਮਿਲਾ ਨਹੀਂ ਸਕਦੇ। ਅਸੀਂ ਪੁੱਛਿਆ ਵੀ ਦੱਸ ਦਿਓ ਕਿਉਂ ਨਹੀਂ ਮਿਲਾ ਸਕਦੇ, ਕਾਰਨ ਕੀ ਹੈ? ਨਹੀਂ ਜੀ ਅਸੀਂ ਤੁਹਾਨੂੰ मिला नहीं सकते। सर ये कांग्रेस के लीडर्स पे ये दबाव क्यों बनाया जा रहा है? कोई अलायंस के लिए या कुछ और वजह है? क्या वजह? हमें नहीं पता भाई, अलायंस वलायंस की कोई बात ही नहीं है। आपको मैं ये कहूंगा कि अलायंस की बात कोई है ही नहीं है, लेकिन दबाव क्यों बनाया जा रहा है ये जनता जानती है, क्योंकि कांग्रेस ही एक ऐसी पार्टी रहेगी है पंजाब के अंदर जो लड़ रही है, जो सामने खड़ी है, जो ऑपोजिशन के रूप में इनको दिखाई दे रही है। उनको लगता है कि आने वाला कल इनका होगा, इसलिए इन सबको किसी न किसी तरीके से जेल में डाल दो। इस केस की बात कर ले तो किसी ने भाई केस तो 5 साल 8 साल पुराना केस है, केस कोई गल ही नहीं। मुख्यमंत्री पंजाब ने खुद वीडियो दे विच कहा कि ये वेंडेटा पॉलिटिक्स है, जी पुरानी वीडियो है। तो केस के बारे की दसना है? सो केस के बारे असी विस्तारपूर्वक कल भी असी दसिया, अज भी दसिया, गवर्नर साहब नूं मिल के आए हैं। अगली रणनीति तमाम लीडर साहबानां नाल गल करके बाजवा साहब और CLP और साडे रंधावा साहब होरी और भी ਜਿਹੜੇ तमाम लीडर ਉਹਨਾਂ ਨਾਲ ਰਾਏ ਕਰਕੇ ਅਗਲੀ ਰਣਨੀਤੀ ਦਾ ਤੈਅ ਕਰਾਂਗੇ ਫੈਸਲਾ। को ਅਸੀਂ ਡਾਇਰੈਕਟਲੀ ਅੱਜ ਸੁਖਪਾਲ ਸਿੰਘ ਖਹਿਰੇ ਨੂੰ ਨਾ ਮਿਲਣ ਦਾ ਸਿੱਧਾ ਦੋਸ਼ੀ ਭਗਵੰਤ ਮਾਨ ਨੂੰ ਕਹਿੰਦੇ। ਇਹ ਡਾਇਰੈਕਸ਼ਨ ਸਿੱਧੀਆਂ ਉਹਦੀਆਂ ਨੇ। ਸੀਨੀਅਰ ਮੋਸਟ ਅਫਸਰਾਂ ਨੇ ਮੈਨੂੰ ਦੱਸਿਆ ਕਿ ਭਗਵੰਤ ਮਾਨ ਨੇ ਸਾਨੂੰ ਕਿਹਾ ਅਲਾਉ ਨਹੀਂ ਕਰ। ਅਸੀਂ ਸੀਰੀਅਸਲੀ ਇਸ ਗੱਲ ਨੂੰ ਕੰਡੈਮ ਕਰਦੇ ਹਾਂ। ਹਿਊਮਨ ਰਾਈਟਸ ਵਾਇਲੇਸ਼ਨਸ ਪੰਜਾਬ ਪੁਲਿਸ ਦਾ ਇੱਕ ਟ੍ਰੇਡਮਾਰਕ ਬਣ ਚੁੱਕੀ ਹੈ। ਸਾਨੂੰ ਪਹਿਲੇ ਵੀ ਆਸ ਇਹੀ ਸੀ ਕਿ ਇਹਨਾਂ ਨੇ ਇਹੀ ਕੰਮ ਕਰਨਾ, ਤੇ ਆਪਣੀ ਆਸਾਂ ਤੇ ਉਮੀਦਾਂ ਤੇ ਪੰਜਾਬ ਪੁਲਿਸ ਪੂਰੀ ਉਤਰੀ। ਬੜਾ ਅਨਫੋਰਚੂਨੇਟ ਹੈ। ਇਹ ਮੈਂ ਸਮਝਣਾ ਜਿਹੜਾ ਟੂਲ ਬਣੀ ਹੋਈ ਪੁਲਿਸ ਹੈ, ਸਪੈਸ਼ਲੀ DGP ਜਿਹੜਾ, ਤੇ ਜਿਹੜਾ ਇਸ ਸੈਟ ਦਾ ਇੰਚਾਰਜ ਬਣਿਆ, ਉਹੀ ਅੱਜ ਤੋਂ 8 ਸਾਲ ਪਹਿਲੇ ਥੇ SSP ਸੀ। ਇਸ ਰੇਂਜ ਦੇ ਵਿੱਚ DIG ਹੈ ਨੇ, IG ਹੈ ਨੇ, ਉਹਨਾਂ ਨੂੰ ਕਿਸੇ ਨੂੰ ਸੈਟ ਦਾ ਇੰਚਾਰਜ ਨਹੀਂ ਬਣਾਇਆ। ਉਸੇ ਅਫਸਰ ਨੂੰ ਜਿਹਨੇ ਝੂਠੇ ਸੁਖਪਾਲ ਸਿੰਘ ਖਹਿਰਾ ਨੂੰ ਬਾਅਦ ਦੇ ਵਿੱਚ ਆਫਟਰ ਥਾਟ ਨਾਲ ਲੈ ਕੇ ਆਂਦਾ, ਉਹੀ ਬੰਦਾ ਅੱਜ ਇੰਚਾਰਜ ਹੈ। ਇਹਨਾਂ ਤੋਂ ਅਸੀਂ ਉਹ ਆਸ ਉਮੀਦ ਕੀ ਕਰ ਸਕਦੇ? ਪਿਛਲੇ ਦਿਨਾਂ ਜੋ ਵਕੀਲਾਂ ਨਾਲ ਮੁਕਤਸਰ ਚ ਹੋਇਆ, ਪਿਛਲੇ ਦਿਨਾਂ ਜੋ ਢਿੱਲੋਂ ਬ੍ਰਦਰਜ਼ ਨਾਲ ਜਲੰਧਰ ਚ ਹੋਇਆ, ਜੋ ਹਰ ਰੋਜ਼ ਪੰਜਾਬ ਦੇ ਹਰ ਸ਼ਹਿਰ ਤੇ ਕੂਚੇ ਚ ਹੁੰਦਾ, ਉਹੀ ਅੱਜ ਇਹਨਾਂ ਨੇ ਕਰ ਵਿਖਾਇਆ। ਕੱਲ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕਰ ਕਲਾਂ ਦੇ ਵਿੱਚ ਭਗਵੰਤ ਮਾਨ ਗਿਆ ਸੀ। ਉੱਥੋਂ ਦੇ ਪਿੰਡ ਦੇ ਸਰਪੰਚ ਨੂੰ ਤੇ ਪੰਚਾਇਤ ਨੂੰ ਟਾਈਮ ਨਹੀਂ ਦਿੱਤਾ ਮਿਲਣ। ਇਹ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਤੇ ਚੱਲਣ ਵਾਲੀ ਪਾਰਟੀ ਹੈ। ਸੋ ਇਹਨਾਂ ਨੂੰ ਅਸੀਂ ਸਟਰੋਂਗਲੀ ਕੰਡੈਮ ਕਰਨੇ ਆ। ਅੱਜ ਸਾਰੇ ਸਾਥੀ ਅਸੀਂ ਬੈਠਾਂਗੇ, ਵਿਚਾਰਾਂਗੇ ਇਸ ਲੜਾਈ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ, ਤੋੜ ਤੱਕ ਲੜਾਂਗੇ। ਤੇ ਹਰ ਪੰਜਾਬੀ ਨੂੰ ਇੱਥੋਂ ਅਸੀਂ ਅੱਜ ਸੱਦਾ ਵੀ ਦੇਣੇ, ਆਓ ਇਕੱਠੇ ਹੋਵੋ, ਤਗੜੇ ਹੋਵੋ, ਖੜੇ ਹੋਵੋ। ਇਸ ਹੰਕਾਰੀ
ਆ ਜਿਹੜਾ ਮਹਾਰਾਜਾ ਸਤੌਜ ਦੇ ਸਾਹਮਣੇ ਸਾਰਿਆਂ ਨੂੰ ਖਲੋਣ ਦੀ ਲੋੜ ਪਏਗੀ ਤੇ ਪ੍ਰੈਸ ਨੂੰ ਮੈਂ ਬੇਨਤੀ ਕਰੂੰਗਾ ਤੁਸੀਂ ਵੀ ਵਿਸ਼ੇਸ਼ ਤੌਰ ਜਿਹੜੇ ਇੱਥੇ ਮੇਰੇ ਭਰਾ ਪਹੁੰਚੇ ਹੋ ਸਾਨੂੰ ਮਾਣ ਹੈ ਤੁਹਾਡੇ ਤੇ ਤੁਸੀਂ ਇੰਡੀਪੈਂਡੈਂਟ ਪ੍ਰੈਸ ਹੈ ਹੋ ਤੋਂ ਇੰਨਾ ਹੀ ਕਹਿੰਦਾ ਹੋਇਆ ਅਸੀਂ ਹੁਣ ਪ੍ਰਧਾਨ ਜੀ ਤੁਸੀਂ ਸੁਖਪਾਲ ਖਹਿਰਾ ਜੀ ਨੂੰ ਮਿਲੇ ਨੇ, ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਨਾਲ? ਯਾਰ ਮੁਲਾਕਾਤ ਕਮਾਲ ਹੋ ਗਈ ਤੇਰੇ ਮੈਂ ਕਿਹਾ ਮੁਲਾਕਾਤ ਹੀ ਨਹੀਂ ਹੋਈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਕਾਰ ਅਸਲ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਆਪ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲੋਕਾਂ ਕੋਲ ਨੌਕਰੀਆਂ ਨਹੀਂ ਹਨ, ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਹੇ ਹਨ। ਦੂਜੇ ਪਾਸੇ ਪੰਜਾਬ ਵਿੱਚ ਮਾਫੀਆ ਦੇ ਪੈਸੇ ਦੁੱਗਣੇ ਹੋ ਰਹੇ ਹਨ। ਪੰਜਾਬ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਸਮਝਣਾ ਪਵੇਗਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਵਿੱਚ ਆਉਣ ਦਾ ਮੌਕਾ ਦੇ ਕੇ ਗਲਤੀ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੀ ਆਪ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਗ੍ਰਿਫਤਾਰੀ ਰਾਹੀਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪਾਸੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਅਤੇ ਉਹਨਾਂ ਦੀ ਪਾਰਟੀ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਉਹ ਹਮੇਸ਼ਾ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਖੜੇ ਹਨ। ਸੱਚ ਤਾਂ ਇਹ ਹੈ ਕਿ ਜਦੋਂ ਵੀ ਕੋਈ ਸਰਕਾਰ ਵਿਰੁੱਧ ਬੋਲਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ। ਨਵਜੋਤ ਸਿੱਧੂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਉੱਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਕਾਰ ਅਸਲ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਆਪ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। सपने दिखाए जाते हैं, वो फ्री लॉलीपॉप दिए जाते हैं, रैपर वाले, अंदर कुछ होता ही नहीं बिना बजटरी एलोकेशन के, और लोगों को मूर्ख बना के सत्ता हासिल की जाती है। उनके भले का कभी सोचा नहीं जाता। इसलिए मैं कहता हूं ये कि मेरे भाई जागरूक हो जाओ। आपके बच्चों के भविष्य का सवाल है। कोई भी मां बाप सिवाय अपने बच्चों के सबसे पहले और कुछ नहीं सोचता। उसकी पढ़ाई के बारे में सोचता है, उसे आत्मनिर्भर करने के बारे में सोचता है। तो अगर आपने अपने बच्चों के भविष्य का सोचना है तो आपको ये खेल को समझना पड़ेगा। मुख्यमंत्री की कुर्सी हो, सरकार, इनका दर्जा मां बाप का होता है। शासक भाव अगर ये फेंक देना तो इनको वोट ही इंसान इसलिए देता है कि हमारी दी हुई ताकत जो है हमें वापस डेवलपमेंट के फॉर्म में और हमारे बच्चों के भविष्य के फॉर्म में आए। लेकिन ये पिछले 15-20 साल से ये एक ऐसा दुखांत है कि वृत्तांत ऐसा बनाया जाता है कि ये मुख्यमंत्री की कुर्सी और ये सरकार बिजनेस अपना कर सके छुपते छुपाते, कोवर्ट ऑपरेशंस में, माफिया ऑपरेशंस में, और पंजाब के लोगों के रिसोर्सेस, उनकी धन संपत्ति जो सैंड है, जो शराब के रूप में पैसे आते हैं एक्सचेकर में, एक्साइज के रूप में हम अगर शब्द सही इस्तेमाल करें, और केबल के रूप में उन्हें जो सहूलियत मिलती है, ज़मीनों पंजाब की जो हमारी जिसे हम माँ मानते हैं उनसे जो आय आती है, और ट्रांसपोर्ट से जो आय आती है, ये पंजाब के लोगों के बच्चों के भविष्य के लिए फॉर द नेक्स्ट जनरेशन लगे। होता नहीं है। ये सारे पैसे आप देखिए, कहा यह जाता है कि एक रेत की ट्रॉली आपको 1500 और 2000 में देंगे, मिल रही है 15,000 में। 15,000 में, क्योंकि ठेकेदारों को वो दिए जाते हैं और पैसे शेयर किए जाते हैं। समझे? अगर रेत गरीब को 1,500 2,000 में मिले, गरीब मकान बनाना शुरू कर देगा, इकॉनमी एकदम से उठ जाएगी। प्रेसिडेंट रूजवेल्ट ने अमेरिका में सड़कें बना बना के एक रिसेशन से अमेरिका को निकाल दिया था। जैसे ही कंस्ट्रक्शन चालू होती है, बाजार में सब कुछ उठ जाता है, मार्केटिंग उठ जाती है, जो हार्डवेयर की दुकानें हैं वो चलने लग जाती हैं। लेकिन दुख की बात यह है कि वो रेत 15,000 की बिक रही है, और जो मैंडेटरी है कि भाई रेत आप सरकारी खड्ड से लेंगे, और वो रेत जितनी भी सरकार की सड़कें बनेंगी या मकान बनेंगे या सरकारी काम होंगे, उसमें उसकी पर्ची लगेगी और वो खजाने में आएगा। एक पैसा नहीं आया। शराब की स्मगलिंग, शराब की एक्साइज की चोरी, ये सब किसकी जेब में जा रहा है और कौन है सरगना? ये सब पैसे
पंजाब के लोगों के फायदे के लिए थे, जो निजी बैंकों में सरबत का भला नहीं अपना भला अपने बैंकों में जा रहे हैं। अगर आज पंजाब के लोगों को हेल्थ इंश्योरेंस नहीं मिल रही, तो क्यों नहीं मिल रही? इसलिए नहीं मिल रही कि सरकारें कर्जा लेके चलाई जाती हैं और लोगों का पैसा जो डबल होना था सेंटर की स्कीमों में, वो माफिया जेब में डाल देता है और उसके सरगना बड़े बड़े लोग हैं। 5 लाख रुपया हेल्थ इंश्योरेंस आयुष्मान स्कीम के तहत पूरे देश में मिल रही है, लेकिन पंजाब में वो आज तक शुरू नहीं हुई। क्यों? क्योंकि स्टेट अपना शेयर 40% या 50% सेंटर को नहीं दे सका, सब वंचित रह गए। लोगों के पास एजुकेशन में डिग्रियां हैं लेकिन नौकरियां नहीं हैं। आज भी कितनी पोस्टें खाली पड़ी हैं, कितनी पोस्टें खाली पड़ी हैं, भर नहीं सके क्योंकि तनख्वाहें देने के लिए पैसे नहीं हैं। प्रोफेसर पेंशनें 200-200 रुपए लोगों की काट रहे हैं, लोगों का हक जो पेंशन है उनकी, उनमें से 200-200 रुपए काट रहे हैं। क्यों? क्योंकि सरकार के पास पैसे नहीं है। माफिया के पैसे वो पंजाब के थे, वो डबल होने थे, लेकिन आपने उस सिस्टम में डाल के वो मास्टरी करके करप्शन की, वो पैसे तो बाहर भेज दिए, अपने लिए रख लिए, और पंजाब के लोगों की सरकार आप कर्जा लेके उस पर सूद इंटरेस्ट देके उसे चला रहे हो। बिजली 21 रुपए सीजन में पंजाब सरकार खरीदती है साहब, और कहा था कि 3 रुपए 4 रुपए नेशनल ग्रिड से लेके देंगे और ये नेगोशिएशन करेंगे, रेट कम करेंगे, डायरेक्टिव देंगे बोर्ड को कि पब्लिक इंटरेस्ट में ये रेट कम करे। हजूरे वाला 21 रुपए। आज भी कॉन्ट्रैक्ट साइंड हैं पीपीए, जिनको रद्द करने का वायदा करके आई थी सरकार। वो पीपीए अगर रद्द हो जाते हैं तो पंजाब के लोगों को 2 रुपए 4 रुपए की बिजली 17 रुपए में नहीं खरीदनी पड़ेगी, 21 रुपए पीक सीजन में। इतनी करप्शन है। कोयले में करप्शन है। आज तक वो कोयले की कान चालू नहीं हुई जो पंजाब की है। ये क्या है? ये साफ साफ दर्शाया जाता है कि दिखाया कुछ है और हो कुछ रहा है। 1100 रुपए औरतों को प्रॉमिस कर दिए, आज नहीं, पिछले 10-15 साल से यही चल रहा है। तो मेरा कहने का मकसद है कि इस नैरेटिव को पंजाब के लोग सेट करें। किसानों को चाहिए कि अगर उसकी असली मांग कोई है तो प्रोडक्टिविटी बढ़नी चाहिए, डाइवर्सिफिकेशन होनी चाहिए। धान अगर 1 किलो लगाते हो तो 5000 लीटर पानी लगता है उस पर। पंजाब के पास पानी कहाँ है? डार्क जोन बने हुए हैं, बंजर हो जाएंगी जमीनें। इसलिए अलग से कुछ करना पड़ेगा। 5 रुपए का टमाटर किसान मंडी में जाके देता है, शाम को परचून की दुकान, क्योंकि वो पेरिशेबल है, गल जाएगा अगले दिन, उसकी मजबूरी है उसे देना। 5 रुपए का टमाटर शाम को परचून की दुकान पे 25 का बिकता है, और जो उसे कोल्ड स्टोरेज में रखता है बड़ा आदमी, मिडिल मैन, वो 6 महीने बाद जब ऑफ सीजन आता है, उसी किसान को जिसने मेहनत से वो 5 रुपए का टमाटर बनाया और बीज के उसे प्रफुल्लित किया, उसे 60 रुपए का वापस मिलता है। तो क्या सरकारें इस माफिया की बजाय अगर पैसे डबल करें, सरकार स्टोरेज नहीं बना सकती? किसान का भविष्य नहीं बदल सकती? 40 रुपए देते हो किसान को हर साल एमएसपी, और 40% फर्टिलाइजर और मेन्योर का रेट बढ़ा देते हो। 400 देके लेने के देने पड़ गए, 40 देके 400 वापस ले लिए। यही पंजाब के लोगों को समझना चाहिए कि भाई आपके पैसे सरकार कर्जे से जो पैसा लेती है वो इनडायरेक्ट टैक्सेस के जरिए चुकाती है। जो सरकार कर्जा ले रही है और एक बच्चे के ऊपर पैदा होते ही 1,20,000 का कर्जा है, वो सरकार नहीं चुका रही। जब तेल के ऊपर इस सरकार ने 2 रुपए बढ़ाए तो हजारों करोड़ रुपया सरकार के खजाने में आ गया, समझे। जब उन्होंने 10% शराब पे सरचार्ज बढ़ी तो हजारों करोड़ सरकार के खजाने में आ गया। वो आप दे रहे हो, आप समझो। और जब शादी ब्याह जो होता है तो उसमें शराब की कीमत डबल कर दी जाती है तो भी हजारों करोड़ सरकार के खजाने में पैसा जाता है। स्मगलिंग होती है, निजी जेबों में पैसा आता है। एक्साइज की चोरी होती है, निजी जेबों में। स्पूरियस गंदी लिकर बनाते हैं, लोग मर जाते हैं, कौन जिम्मेवार है? इसलिए मैं कहता हूं मेरे भाई कि आप जब ये पैसे की बात आए और
फ्री चीजें देने की बात आए तो आप पूछो बजटरी एलोकेशन है, बजट में इसकी एलोकेशन है, कहां से आएंगे ये पैसे, कैसे आएंगे और कैसे डबल होंगे? पंजाब के लोगों की यही त्रासदी है मेरे दोस्त, यही त्रासदी है कि वो 21 रुपए बिजली सीजन में ले रहे हैं, लेकिन आज की दुनिया में 2 रुपए में रिन्यूएबल एनर्जी, सोलर प्लांट हर घर में लगने चाहिए। अगर आप बाकी दूसरे सूबों को और देशों को देखो, ये हो रहा है, बिजली का बिल वैसे ही जीरो हो जाएगा। लेकिन अगर बिजली का बिल आपने 40,000 करोड़ रुपए कर्जा लेके पीएसपीसीएल को गिरवी रख के फ्री देना है, तो ये तो कोई भी औना पौना कर देगा मेरे भाई। यही नैरेटिव और वृत्तांत होना चाहिए, यही पंजाब के लोगों का मुख्य इलेक्शन का मुद्दा होना चाहिए। इसमें कोई डाइवर्ट नहीं, गिरेबान से पकड़िए और मुद्दों पर घसीट के वापस लाइए, क्योंकि आपको भटकाया जाता है, आपको छोटी छोटी चीजों में उलझाया जाता है और फिर चुपचाप माफिया कहां से पैसे आए, कहां गए और कहां जाके मॉल ली, कहां जाके बड़ी बड़ी जगहों पे प्रॉपर्टी खरीदी, किसी को कुछ नहीं पता चलता। मुझे एक पॉलिटिशियन बताइए पंजाब के लोगों, एक पॉलिटिशियन जिसका घर हो 2 करोड़ का और कर्जा हो 400 करोड़ का, चला के दिखाए। ओ घर के भांडे बेच के, घर दे भांडे बेच के घर नहीं चलता, घर का प्लॉट बेच के कर्जा नहीं उतरता। इसके लिए इकोनॉमिक पॉलिसी चाहिए, और इकोनॉमिक पॉलिसी तो सीधी है कि पंजाब के लोगों के माल पे आम आदमी पार्टी की और पिछले भी कितने 15 सालों से सरकारों की रोज दिवाली। गरीब आम आदमी, मिडिल क्लास आदमी, लोअर स्ट्रेटा 65,000 करोड़ रुपए इनडायरेक्ट टैक्सेस दे रहा है, और अमीर सिर्फ 400 करोड़ रुपए के टैक्स दे रहा है, सीधे सेल्स टैक्स, इनकम टैक्स। आप सोच के देखिए कि किस तरह का भूल भुलैया है जिसमें पंजाब के लोगों को और लोगों को बेवकूफ़ बनाया जाता है, किस तरह का मायाजाल बुना जाता है जिसमें फंस के कोई निकलता नहीं। इस दलदल से निकलना है तो ऊपर एक ईमानदार आदमी चाहिए। ली वॉन कू ने कहा था जब सिंगापुर की रचना हुई थी, कि मच्छी मार्केट को दुनिया की सबसे बड़ी इकोनॉमी बनाने के लिए वो आदमी कामयाब हुआ। उसे किसी ने पूछा था कि करप्शन को एंड कैसे करोगे, उसने कहा आई विल पनिश पीपल एट द टॉप। जो ऊपर बैठा है ना, उसे अगर सजा याफ्ता कर दोगे तो ये नीचे तक खत्म हो जाएगी। इसलिए ऊपर बैठे लोग माफिया के सरगना ना बने, माफिया को पेट्रनेज ना दें। अगर वो पैसा वो स्टेट के खजाने में ला सकें, पंजाब के लॉ एंड ऑर्डर को छोड़ के हर समस्या का हल यही है। और सरकारें समस्याएं हल करने के लिए होती हैं, समस्या बनने के लिए नहीं। इफ यू आर नॉट पार्ट ऑफ द सोल्यूशन, यू आर पार्ट ऑफ द प्रेसिपिटेशन।